फ्लाइट है हुण ते मैं उत्थे पहुँच के पोलैंड फिर हंगरी जिथे भी कितने लोड़ होगी देखांगे उत्थे जाके। कोई आश्वासन नहीं मिला क्या? क्योंकि 2 दिन पहले जिस तरीके से केंद्रीय राज्य मंत्री मीनाक्षी लेखी से आपकी मुलाकात हुई, क्या कोई जो ठोस आश्वासन है वो क्या नहीं मिला जिसकी वजह से आपको जाना पड़ रहा है? जी मतलब जी गौरमेंट का जिहड़ा पिछले समय किसी भी कंट्री के नाल जिहड़े डिप्लोमैटिक रिलेशन ने वो चंगे नहीं रहे। खारकीव दे विच हालात जिहड़े ने कि कोई बंदा भी सड़क ते नहीं जा सकता। हुण बसां हुण अंबैसी राहीं उन्होंने अंबैसी दे झंडे लगे हुण और वो अगे चलन एक मतलब कॉनवे बना के ते फिर वो सौखा निकलिया जा सकदा क्योंकि चप्पे चप्पे ते पुलिस है। हुण उन्होंने पता नहीं लगता कौन आ रहा कौन जा रहा, वो किते क्रॉस फायरिंग च कोई नुकसान हो सकदा, कुछ भी हो सकता। आप देख रहे हैं नवोदय टाइम्स पंजाब केसरी टीवी। रूस और यूक्रेन के बीच जिस तरीके से युद्ध छिड़ा हुआ है, इसी बीच बहुत सारे जो छात्र हैं वो यूक्रेन के अंदर फंस गए हैं। सरकार की तरफ से जो है 4 मंत्री जो हैं वो यूक्रेन के पास जो दूसरे देश हैं वहाँ पर पहुँचे हुए हैं और छात्रों को निकालने की कोशिश कर रहे हैं। लेकिन कांग्रेस के अमृतसर से सांसद गुरजीत औजला भी अब पोलैंड के लिए रवाना हो रहे हैं और जाने से पहले हमारे साथ खुद मौजूद है। सर फ्लाइट है, जा रहे हो? बिल्कुल, क्योंकि ਜਿਹੜੇ यूक्रेन च फसे ने ਸਾਡੇ ਹੁਣ ਜਿਹੜੇ ਸਟੂਡੈਂਟ ਰਹਿ ਗਏ ਨੇ ਖਾਰਕੀਵ ਦੇ ਵਿੱਚ ਸੁਮੀ ਦੇ ਵਿੱਚ, ਉਹਨਾਂ ਵਾਸਤੇ ਬੜੀ ਚਿੰਤਾ ਦਾ ਸਾਡੇ ਲਈ ਵਿਸ਼ਾ ਕਿਉਂਕਿ ਰਾਸ਼ਨ ਵੀ ਉਹਨਾਂ ਕੋਲ ਇੱਕ ਟਾਈਮ ਦਾ ਮਿਲ ਰਿਹਾ ਔਰ ਉੱਥੇ ਯੁੱਧ ਵੀ ਬਹੁਤ ਮਤਲਬ ਸਖਤ ਲੱਗਾ ਹੋਇਆ, ਬਾਹਰ ਨਿਕਲਣਾ ਔਖਾ ਹੈ। ਉਹਨਾਂ ਨੂੰ ਸੇਫ ਜਗ੍ਹਾ ਤੇ ਲਿਆਉਣ ਵਾਸਤੇ ਟਰਾਂਸਪੋਰਟੇਸ਼ਨ ਦੇ ਪ੍ਰਬੰਧ ਦੀ ਲੋੜ ਹੈ ਔਰ ਸਰਕਾਰ ਜਿੱਥੇ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਹੀ ਹੈ, ਸਾਡੇ ਲੋਕ ਵੀ ਉੱਥੇ ਕੋਸ਼ਿਸ਼ ਕਰ ਰਹੇ ਨੇ, ਜਿਹੜੇ ਇੰਡੀਅਨ ਨੇ ਪੰਜਾਬੀ ਨੇ, ਗੁਰੂ ਘਰਾਂ ਦੇ ਵਿੱਚ ਪੂਰੀ ਕੋਸ਼ਿਸ਼ ਹੋ ਰਹੀ ਹੈ। ਸੋ ਮੈਂ ਹੁਣ ਇੱਥੇ ਹੁਣ ਕੱਲ੍ਹ ਦੀ ਕਿਉਂਕਿ ਲੋਕ ਸਾਡੇ ਨਾਲ ਟੱਚ 'ਚ ਨੇ ਔਰ ਉਹ ਬਹੁਤ ਪਰੇਸ਼ਾਨ ਹੈ, ਅਸੀਂ ਆਪਣੇ ਲਈ ਐਫਰਟ ਕਰ ਰਹੇ ਹਾਂ। ਸੋ ਮੈਂ ਕੱਲ੍ਹ ਦਾ ਸੋਚ ਰਿਹਾ ਕਿ ਬੇਵਸੀ ਜੀ ਦੀ ਗੱਲ ਹੈ। ਸੋ ਕੱਲ੍ਹ ਮੈਂ ਸੋਚਿਆ ਕਿ ਕਿਉਂ ਨਾ ਉੱਥੇ ਪਹੁੰਚਿਆ ਜਾਵੇ। ਸੋ ਅੱਜ ਫਲਾਈਟ ਹੈ ਹੁਣ ਅਤੇ ਮੈਂ ਉੱਥੇ ਪਹੁੰਚ ਕੇ ਪੋਲੈਂਡ ਫਿਰ ਹੰਗਰੀ ਜਿੱਥੇ ਵੀ ਕਿਤੇ ਲੋੜ ਹੋਊਗੀ ਦੇਖਾਂਗੇ ਉੱਥੇ ਜਾ ਕੇ। ਔਰ ਇੱਕ ਮੇਰੀ ਇਹ ਸੀ ਕੋਸ਼ਿਸ਼ ਕਿ ਜਦੋਂ ਫੋਨ 'ਤੇ ਵੈਸੇ ਉਹਨਾਂ ਨਾਲ ਟੱਚ ਸਾਂ ਅਸੀਂ, ਜਿਹੜੇ ਹੰਗਰੀ, ਪੋਲੈਂਡ ਜਾਂ ਰੋਮਾਨੀਆ ਦੇ ਲੋਕ ਸੀ ਸਾਡੇ ਜਿਹੜੇ ਪੰਜਾਬੀ ਭਾਈਚਾਰੇ ਦੇ ਜਾਂ ਇੰਡੀਅਨ, ਪਰ ਉਹ ਫੋਨ ਹੁਣ ਅਸੀਂ ਵੀ ਕਰ ਲੈਂਦੇ, ਅਸੀਂ ਬਾਅਦ 'ਚ ਰੁੱਝ ਜਾਂਦੇ ਹਾਂ, ਉਹ ਉੱਧਰੋਂ ਵੀ ਰੁੱਝ ਜਾਂਦੇ। ਹੁਣ ਉਹ ਵੀ ਇਹੀ ਗੱਲ ਕਰ ਰਹੇ ਵੀ ਹੁਣ ਇੱਥੇ ਬਹਿ ਕੇ ਆਪਾਂ ਕੋਈ ਨਾ ਕੋਈ ਪਲਾਨ ਕਰਦੇ, ਜਦੋਂ ਇੱਕ ਜਗ੍ਹਾ 'ਤੇ ਬੈਠੇ ਹੋਵਾਂਗੇ ਫਿਰ ਬੜੇ ਸਾਧਨ ਕੋਈ ਨਾ ਕੋਈ ਨਿਕਲ ਆਉਂਦੇ, ਵਿਚਾਰ ਸਾਰਿਆਂ ਦੇ ਇਕੱਠੇ ਹੋ ਜਾਂਦੇ ਆ। ਸੋ ਉਹਦੇ ਵਾਸਤੇ ਜਿੱਥੇ ਸਰਕਾਰ ਕੋਈ ਆਪਣਾ ਐਫਰਟ ਕਰ ਰਹੀ ਹੈ, ਮੈਂ ਸੋਚਿਆ ਸੀ ਕੋਈ ਨਾ ਕੋਈ ਜੋ ਸਾਡੇ ਕੋਲ ਸਰਦਾ ਬਣਦਾ ਹੋਏਗਾ ਉਹ ਆਪਾਂ ਵੀ ਇਹਦੀ ਇੱਕ ਵਾਰੀ ਕੋਸ਼ਿਸ਼ ਕਰ ਲਈਏ। क्या कोई आश्वासन नहीं मिला क्या? क्योंकि 2 दिन पहले जिस तरीके से केंद्रीय राज्य मंत्री मीनाक्षी लेखी से आपकी मुलाकात हुई, क्या कोई जो ठोस आश्वासन है वो क्या नहीं मिला जिसकी वजह से आपको जाना पड़ रहा है? नहीं, आश्वासन तो उन्होंने दिता है पर जिन्ना चਿਰ ਉਹਨੂੰ ਪ੍ਰੈਕਟੀਕਲ ਜਾਮਾ ਨਹੀਂ ਬਣਾਇਆ ਜਾਂਦਾ। ਹੁਣ ਜਦੋਂ ਉੱਥੇ ਬੱਸਾਂ ਦਾ ਅਰੇਂਜਮੈਂਟ ਹੋ ਜੇ ਤਾਂ ਹੁਣੇ ਮੈਸੇਜ ਆ ਜਾਣਾ। ਉੱਥੇ ਦੇ 1 ਮਿੰਟ ਦਾ ਕੰਮ ਹੈ, ਮੈਸੇਜ WhatsApp ਤੇ ਉਸੇ ਵੇਲੇ ਚੱਲ ਆਉਂਦਾ ਸਾਡੇ ਲਈ ਅਰੇਂਜ ਹੋ ਗਿਆ, ਪਰ ਅਜੇ ਤੱਕ ਤਾਂ ਇਹੀ ਮੈਸੇਜ ਆਈ ਜਾ ਰਿਹਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇਹਨੂੰ ਮਤਲਬ ਸਰਕਾਰ ਨੂੰ ਕਹਿ ਕੇ ਜਾਂ ਜਿਸ ਵੀ ਤਰੀਕੇ ਨਾਲ ਹੁੰਦਾ ਕਿਸੇ ਨੂੰ ਵੀ ਕਹਿ ਕੇ ਇਹ ਅਰੇਂਜਮੈਂਟ ਕਰਾਓ। ਇਹ ਸਾਡੇ ਵਾਸਤੇ ਬੜਾ ਜ਼ਰੂਰੀ ਹੈ ਕਿਉਂਕਿ ਬੱਚੇ ਹੁਣ ਕੋਈ 10-20-50 ਬੱਚੇ ਵੀ ਸਾਹਮਣੇ ਔਖੇ ਹੁੰਦੇ। ਹੁਣ 1200 ਬੱਚਾ ਇੱਕ ਜਗ੍ਹਾ 'ਤੇ ਸਾਂਭਣਾ ਔਰ ਸੁਮੀ 'ਚ ਮੇਰਾ 500-600 ਉੱਥੇ ਫਸਿਆ ਪਿਆ ਹੈ, ਉਹ ਸਾਰਿਆਂ ਨੂੰ ਸਾਂਭਣਾ ਬੜਾ ਔਖਾ ਹੈ। ਔਰ ਖਾਰਕੀਵ ਦੇ ਵਿੱਚ ਹਾਲਾਤ ਜਿਹੜੇ ਨੇ ਕਿ ਕੋਈ ਬੰਦਾ ਵੀ ਸੜਕ 'ਤੇ ਨਹੀਂ ਜਾ ਸਕਦਾ। ਹੁਣ ਬੱਸਾਂ ਹੁਣ ਅੰਬੈਸੀ ਰਾਹੀਂ ਉਹਨਾਂ ਨੇ ਅੰਬੈਸੀ ਦੇ ਝੰਡੇ ਲੱਗੇ ਹੁਣ ਔਰ ਉਹ ਅੱਗੇ ਚੱਲਣ ਇੱਕ ਮਤਲਬ ਕੌਨਵੇ ਬਣਾ ਕੇ ਤੇ ਫਿਰ ਉਹ ਸੌਖਾ ਨਿਕਲਿਆ ਜਾ ਸਕਦਾ ਕਿਉਂਕਿ ਉੱਥੇ ਚੱਪੇ ਚੱਪੇ 'ਤੇ ਪੁਲਿਸ ਹੈ। ਹੁਣ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੌਣ ਆ ਰਿਹਾ ਕੌਣ ਜਾ ਰਿਹਾ, ਉਹ ਕਿਤੇ ਕ੍ਰਾਸ ਫਾਇਰਿੰਗ 'ਚ ਕੋਈ ਨੁਕਸਾਨ ਹੋ ਸਕਦਾ, ਕੁਝ ਵੀ ਹੋ ਸਕਦਾ। ਸੋ ਉਹ ਸਾਡੇ ਲਈ ਇੱਕ ਚਿੰਤਾ ਦਾ ਵਿਸ਼ਾ ਵੱਡਾ ਹੈ। ਜਿਹੜੇ ਬਾਕੀ ਬਾਰਡਰਾਂ ਦੇ ਉੱਤੇ ਕੁਝ ਫਸੇ ਨੇ, ਬਾਰਡਰਾਂ ਤੋਂ ਨਿਕਲਣਾ ਔਖਾ ਹੋ ਰਿਹਾ, ਉਹਨਾਂ ਵਾਸਤੇ ਵੀ ਜਾ ਕੇ ਕੁਝ ਜੋ सुख सहूलत करा सकते, जो उन्होंने मदद कर सकते हो जरूर करने की कोशिश करेंगे। लेकिन खारकीव की आपने बात करी, जिस तरीके से हालात हैं कि कल वहाँ से भारतीयों को निकालने की कोशिश करी गई, ट्रेन आई, लेकिन वहाँ पर जो यूक्रेन के लोग हैं वो अपने लोगों को जो है निकालने की कोशिश कर रहे हैं। क्या लगता है कि इस सब के बीच में इंडियनों को किस तरीके से, जो इंडियन लोग वहाँ पर फंसे हुए हैं, किस तरीके से निकाला जाएगा? ये साडी मतलब जी गौरमेंट का पिछले समय किसी भी कंट्री के नाल ਜਿਹੜੇ डिप्लोमैटिक रिलेशन ने वो चंगे नहीं रहे। ਤੁਸੀਂ ਆਪਣੇ ਇੰਡੀਆ ਦੇ ਨਾਲ ਵੀ ਲਾ ਲਓ, ਕੋਈ ਪ੍ਰੋਪਰ ਵੇ ਨਾਲ ਤੁਸੀਂ ਕਿਸੇ ਨਾਲ ਮਿਲ ਜੋ ਰੱਖਿਆ ਹੀ ਨਹੀਂ ਕਿ ਕੋਈ ਬੰਦਾ ਤੁਹਾਨੂੰ ਦਿਲ ਦੀ ਗੱਲ ਸਕੇ, ਦਿਲ ਦੀ ਗੱਲ ਕਹਿ ਸਕੇ ਜਾਂ ਪੂਰੀ ਹੋ ਸਕੇ। ਹੁਣ ਯੂਕਰੇਨ ਦੇ ਨਾਲ ਹੁਣ ਜਿਹੜੇ ਉਹ ਨਹੀਂ ਕੱਢ ਪਾ ਰਹੇ, ਇੱਕ ਟ੍ਰੇਨ ਹੀ ਅਰੇਂਜ ਕੀਤੀ ਜਾ ਸਕਦੀ ਹੈ, ਇੱਕ ਟ੍ਰੇਨ ਹੀ ਉਹਨਾਂ ਕੋਲ ਲੈ ਕੇ ਕੁਛ ਨਾ ਕੁਛ ਉਹਨਾਂ ਨੂੰ ਆਪਣੇ ਭਰੋਸੇ 'ਚ ਲੈ ਕੇ, ਪਰ ਹੁਣ ਉਹ ਵੀ ਭਰੋਸਾ ਨਹੀਂ ਕਰਦੇ। ਉਹ ਵੀ ਮਤਲਬ ਸਾਡੀ ਮਦਦ ਨਹੀਂ ਕਰ ਰਹੇ, ਉਹ ਵੀ ਆਪਣੇ ਬੰਦਿਆਂ ਨੂੰ ਪਹਿਲੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉੱਥੇ ਵੀ ਆਪਾਂ ਫੇਲ ਹੋਏ ਹਾਂ। ਪਰ ਹੁਣ ਚਲੋ ਇਹ ਗੱਲਾਂ ਤਾਂ ਹੁਣ ਬਾਅਦ 'ਚ ਜਦੋਂ ਕਿਤੇ ਪਾਰਲੀਮੈਂਟ 'ਚ ਹੋਏਗੀ ਫਿਰ ਸਾਰੀਆਂ ਗੱਲਾਂ ਕਰਾਂਗੇ। ਹੁਣ ਤਾਂ ਅਸੀਂ ਇਹਨਾਂ ਨੂੰ ਕਹਿ ਰਹੇ ਤੁਸੀਂ ਆਪਣੀ ਐਫਰਟ ਕਰੋ, ਅਸੀਂ ਲੋਕ ਆਪਣੀ ਕਰਦੇ ਹਾਂ, ਕਿਸੇ ਜਿਹੜਾ ਵੀ ਕੋਈ ਸਫਲ ਹੋ ਸਕਦਾ ਹੈ। ਹੁਣ ਜਿਹੜੇ NGOs ਵੀ ਲੱਗੇ ਨੇ, ਗੁਰੂ ਘਰ ਲੱਗੇ ਨੇ, ਬੜੇ ਲੋਕ ਆਪਣੇ
ਤੌਰ ਤੇ ਵੀ ਲੱਗੇ ਨੇ, ਪੇਰੈਂट्स भी ਉਹਨਾਂ ਦੇ ਆਪਣੇ ਲੈਵਲ ਤੇ ਲੱਗੇ ਨੇ। क्या रोड मैप आपकी तरफ से तैयार किया गया है? आप पोलैंड जा रहे हैं, वहाँ पे किस तरीके से जो है वो छात्रों की सहायता करेंगे? ਜੀ ਮੈਂ ਉਹੀ ਨਾ ਉੱਥੇ ਪੋਲੈਂਡ ਜਾ ਕੇ ਵਾਰਸਾ ਅਸੀਂ ਰੁਕਾਂਗੇ, ਉੱਥੇ ਫਿਰ ਸਾਰੇ ਅਸੀਂ ਇਕੱਠੇ ਹੋਵਾਂਗੇ, ਜਿਹੜੇ ਹੋਰ ਵੀ 2-4 ਬੰਦੇ ਜਿਹੜੇ ਮੇਨ ਪ੍ਰੋਮੀਨੈਂਟ ਪਰਸਨੈਲਿਟੀ ਇਕੱਠੀਆਂ ਹੋਵਾਂਗੀਆਂ, ਉਹਨਾਂ ਦੇ ਨਾਲ ਫਿਰ ਵਿਚਾਰ ਵਟਾਂਦਰਾ ਕਰਾਂਗੇ। ਫਿਰ ਜਿੱਥੇ ਲੋੜ ਪਊ ਹੰਗਰੀ ਜਾਣ ਦੀ ਜਾਂ ਕਿਤੇ ਵੀ ਵੇਖਾਂਗੇ, ਅੱਗੇ ਦਾ ਰੋਡ ਮੈਪ ਤਾਂ ਉੱਥੋਂ ਜਾ ਕੇ ਹੀ ਬਣੇਗਾ, ਕਿਉਂਕਿ ਇੰਨਾ ਲੰਬਾ ਰੋਡ ਮੈਪ ਦਾ ਤੇ ਉੱਥੇ ਵੀ ਕਿਉਂਕਿ ਜੰਗ ਦਾ ਮਾਹੌਲ ਹੈ, ਹਰ ਕੋਈ ਇੱਕ ਦੂਜੇ ਦੀ ਮਦਦ ਤੇ ਲੱਗਾ ਹੈ, ਤੇ ਇਹ ਤਾਂ ਉੱਥੇ ਜਾ ਕੇ ਹੀ ਸਾਰਾ ਕੁਝ ਪਤਾ ਲੱਗੇਗਾ। ਕਿਉਂਕਿ ਫੋਨ ਤੇ ਜਿੰਨੇ ਕੁ ਟੱਚ ਨੇ ਯੂਰਪ ਦੇ ਵਿੱਚੋਂ ਲੋਕ ਜਾਂ ਬਾਹਰੋਂ ਵੀ ਅਸੀਂ ਗੱਲਬਾਤ ਕਰ ਰਹੇ ਹਾਂ, ਫੋਨ ਤੇ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਾਈ ਜਾ ਰਹੀ, ਪਰ ਧਰਾਤਲ ਦੀ ਸਥਿਤੀ ਕੀ ਹੈ, ਜਿੱਦਾਂ ਹੁਣ ਅਸੀਂ ਕੰਮ ਕਰ ਰਹੇ ਹਾਂ, ਬੱਚਿਆਂ ਦੇ ਮਾਪਿਆਂ ਨੂੰ ਲੱਗ ਰਿਹਾ ਕਿ ਪਤਾ ਨਹੀਂ ਕਰ ਰਹੇ ਕਿ ਨਹੀਂ ਕਰ ਰਹੇ, ਸਾਨੂੰ ਵੀ ਇੱਦਾਂ ਲੱਗ ਰਿਹਾ ਕਿ ਪਤਾ ਨਹੀਂ ਉੱਥੇ ਕਿੰਨਾ ਕੁ ਹੋ ਰਿਹਾ ਜਾਂ ਨਹੀਂ ਹੋ ਰਿਹਾ। ਮੈਂ ਸੋ ਇਸ ਕਰਕੇ ਮੇਰੀ ਮਨ 'ਚ ਸੀ ਕਿ ਕਿਉਂ ਨਾ ਉੱਥੇ ਪਹੁੰਚ ਕੇ ਜਿੰਨੀ ਮਦਦ ਹੋ ਸਕਦੀ ਉਹ ਕੀਤੀ। लेकिन कुछ छात्र जो है वो आज वापस दिल्ली लौटे थे, तो उनसे हमने बातचीत की थी, लेकिन जिस तरीके से उनका साफ कहना था कि जो पोलैंड है, बॉर्डर है, 400 मीटर की दूरी, 18 घंटे का उनको समय लगा बॉर्डर पार करने में। कैसे देख रहे हो इतना समय जो है वहाँ पर बॉर्डर पार करने में लग रहा है? ਦੇਖੋ ਹੁਣ ਸਾਰੇ ਲੋਕ ਹੀ ਭੱਜ ਰਹੇ ਨੇ ਉੱਥੋਂ, ਜਦੋਂ ਸਾਰੇ ਲੋਕ ਭੱਜਣ ਦੇ ਭੱਜੋਗੇ ਤੇ ਫਿਰ ਇੰਨੇ ਬੰਦਿਆਂ ਨੂੰ ਐਂਟਰੀ ਦੇਣੀ ਵੀ ਵੇਖ ਕੇ ਚੈੱਕ ਕਰਕੇ ਭੇਜਣਾ ਸਮਾਂ ਤੇ ਲੱਗਦਾ ਹੈ। ਉਹ ਚਲੋ ਮੈਂ ਨਾ ਫਿਰ ਵੀ ਸੇਫ ਸਾਈਡ ਤੇ ਆ ਗਏ ਨੇ ਤੇ ਚਲੋ ਘਰ 'ਚ ਪਹੁੰਚ ਗਏ ਨੇ, ਜਿਹੜੇ ਬਾਰਡਰਾਂ ਦੇ ਲਾਗੇ ਆ ਗਏ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਗੀ ਹੈਗੀ। ਸੋ ਇਸ ਕਰਕੇ ਉਹਨਾਂ ਨੂੰ ਹੁਣ ਜਿਹੜੀ ਪਰੇਸ਼ਾਨੀ ਨਹੀਂ ਹੋ ਤੇ ਉਹ ਸਾਰਿਆਂ ਦੇ ਸਾਹਮਣੇ ਜਿਹੜੀ ਹੋਈ ਹੈ, ਐਡਵਾਈਜ਼ਰੀਆਂ ਨੇ ਲੇਟ ਜਾਰੀ ਕੀਤੀਆਂ ਨੇ। ਐਡਵਾਈਜ਼ਰੀ ਜੇ ਟਾਈਮ ਨਾਲ ਜਾਰੀ ਕੀਤੀ ਹੁੰਦੀ ਇਹ ਦਿਨ ਨਹੀਂ ਸੀ ਵੇਖਣੇ ਪੈਣੇ ਜਿਹੜੇ ਅੱਜ ਜਹਾਜ਼ ਭੇਜ ਰਹੇ, ਜਦੋਂ ਐਡਵਾਈਜ਼ਰੀ ਜਾਰੀ छात्रों का भी यही कहना था ओजला जी कि सरकार जो है अगर ये सब चीज़ें पहले कर देती, बहुत सारी एडवाइजरी जो है सरकार की तरफ से जारी हुई है, लेकिन जिस तरीके से कहीं ना कहीं सरकार जो है सरकार ने देरी की है। ਉਹੀ ਉਹ ਕਹਿ ਰਹੇ ਨੇ ਕਿ ਜਿੰਨੇ ਡਿਵੈਲਪ ਕੰਟਰੀ ਸੀ ਉਹਨਾਂ ਨੇ ਸਾਰੀਆਂ ਐਡਵਾਈਜ਼ਰੀ ਇੱਕ ਲਾਈਨ ਸੀ ਕਿ ਹੁਣੇ ਤੁਸੀਂ ਕੰਟਰੀ ਛੱਡ ਕੇ ਬਾਹਰ ਆਓ। ਸਾਡੇ ਕਹੇ ਜੀ ਕਰਦਾ ਤੇ ਆ ਜਾਓ ਤੇ ਜੀ ਕਰਦਾ ਇੱਥੇ ਰਹਿ ਲਓ, ਮਤਲਬ ਉਹਨਾਂ ਬੱਚਿਆਂ ਤੇ ਛੱਡਤਾ। ਬੱਚੇ ਡਬਲ ਮਾਈਂਡਡ ਹੋ ਗਏ ਕਿ ਮੈਡੀਕਲ ਦੀ ਪੜ੍ਹਾਈ ਛੱਡ ਕੇ ਜਾਈਏ, ਕਿਉਂਕਿ ਔਖੀ ਪੜ੍ਹਾਈ ਸੀ ਕਿ ਨਾ ਜਾਈਏ। ਫਿਰ ਉਹਨਾਂ ਨੇ ਨਾ ਜਾਣ ਨੂੰ ਪ੍ਰੈਫਰ ਕੀਤੀ, ਆਨਲਾਈਨ ਪੜ੍ਹਾਈ ਹੈ ਨਹੀਂ ਸੀ, ਯੂਨੀਵਰਸਿਟੀਆਂ ਉਹਨਾਂ ਨੇ ਛੁੱਟੀ ਨਹੀਂ ਦਿੱਤੀ। ਸੋ ਜੇ ਇਹ ਐਡਵਾਈਜ਼ਰੀ ਇਹ ਕਹਿੰਦੇ ਵੀ ਹੁਣੇ ਤੁਹਾਨੂੰ ਮੁਲਕ ਛੱਡਣਾ ਪੈਣਾ ਹੈ, ਫਿਰ ਉਹ ਛੱਡਦੇ ਜ਼ਰੂਰ। ਫਿਰ ਜੇ ਕਰ ਹੀ ਦਿੱਤਾ ਤੁਸੀਂ, ਜੇ 4 ਦਿਨ ਤੁਹਾਡੇ ਕੋਲ ਹੈਗੇ ਸੀ, ਤੁਸੀਂ ਆਪਣੇ ਸਾਰੇ ਜਹਾਜ਼ ਮੋੜ ਕੇ ਉਧਰ ਨੂੰ ਲਾ ਦਿਓ ਕਿ ਬੱਚੇ ਕੱਢਣੇ। ਮੈਨੂੰ ਤਾਂ ਇਹ ਆ ਕਿ ਇਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਸਾਡਾ 20,000 ਸਟੂਡੈਂਟ ਉੱਥੇ, ਤੁਹਾਨੂੰ ਪਤਾ ਇਸ ਗੱਲ ਦਾ। ਸਾਨੂੰ ਇੱਕ ਭਰੋਸੇਮੰਦ ਸੂਤਰਾਂ ਤੋਂ ਪਤਾ ਲੱਗਾ ਕਿ ਸਰਕਾਰ ਕੋਲ ਇਹ ਵੀ ਅੰਕੜੇ ਨਹੀਂ ਸੀ ਹੈਗੇ ਕਿ 20,000 ਸਟੂਡੈਂਟ ਉੱਥੇ ਹੈਗਾ। ਇਹ ਵੀ ਸਰਕਾਰ ਨੇ ਬਾਅਦ 'ਚ ਭੱਜ ਨੱਠ ਕਰਕੇ ਇਕੱਠੇ ਕੀਤੇ, ਜਦੋਂ ਰੌਲਾ ਪਿਆ, ਜਦੋਂ ਅਮਰੀਕਨ ਇੱਥੋਂ ਨਿਕਲ ਗਏ ਨੇ, ਫਿਰ ਇਹਨਾਂ ਭੱਜ ਨੱਠ ਕੇ ਅੰਕੜੇ ਇਕੱਠੇ ਕੀਤੇ ਕੌਣ ਕਿੱਥੇ ਰਹਿ ਰਿਹਾ। मतलब ये भी देखो कि मतलब सरकार ने भी नहीं पता कौन कितने रह रहे हैं। उजला जी, डर नहीं लग रहा जो लोग वापस अपने देश आ रहे हैं और आप उस देश में जा रहे हैं लोगों की, छात्रों को लेने के लिए? नहीं, डर किस गल का है। देखो ये तो सारे ह्यूमैनिटी है, कार्य तो करने पैंदे आ, किसी ना किसी को अगे जाना ही पैंदा ना। बाकी लोग भी तो उत्थे साडे वर्गे रह रहे भैन भरा सारे, कोई मुश्किल नहीं गी। बाकी असीं तो वैसे ही बॉर्डर ते पहलों ही हैं, साडे वास्ते किहड़ी कोई नवीं चीज़ है। तो पाकिस्तान नाल जदों भी आ जंग पिछे माहौल बनिया सी, तो बालाकोट अटैक होया सी, उदों असीं मैं खुद आप 2 दिन बार्डर के उत्ते सुत्ता सी जाके। सो ये तो साडा देखो गल ही नहीं हुंदी कि मेरे जान उत्थे की हो जाना जां मेरे सौन नाल की हो जांदा। जिहड़े साडे लोग है उन्हां दा मनोबल वध जांदा भी चलो यार कोई साडा हैगा तो है ना कि उत्थे पहुँच गया, बैठा आ, कोई मसला नहीं गा। मैं इतना नहीं होगा कि मैं मिसाइल नूं हत्थ करके रोक लेना जां मैं किते मतलब मैं कोई उन्हां दा फर्क पा सकदा। पर सिर्फ एक हौसला हुंदा, जो बंदे 'च हौसला आ जाए ना, फिर बंदा कुछ भी कर सकदा, बंदे दा फिर मनोबल वध जांदा है। सो एक साडे लोग एक हौसला ही है वड्डा कि असीं बई खड़े हैं, परवाह नहीं करना, जिन्ने जोगे हैं असीं तुहाडे नाल खड़े हैं। अगर सांसद से अलग हट के बात करें, सिंह, जहाँ भी अगर कोई आपदा आ जाती है, क्योंकि मैं कवरेज करता रहता हूँ, कोई भी आपदा आ जाए सिंह सबसे पहले पहुँचते हैं, एक गर्व महसूस होता है। हाँ बिल्कुल, देखो अज भी उत्थे लंगर पहलों लाते उन्होंने जाके, ट्रेनां 'च लंगर वरता रहे जाके, ਜਿਹੜੇ ਉੱਥੇ ਪੱਕੇ ਰਹਿੰਦੇ ਸਿੰਘ ਨੇ। ਸੋ ਇਹ ਇੱਕ ਸਾਨੂੰ ਪਰਮਾਤਮਾ ਵੱਲੋਂ ਬਖਸ਼ਿਸ਼ ਮਿਲੀ ਹੈ, ਲੰਗਰ ਪ੍ਰਥਾ ਜਿਹੜੀ ਅਸੀਂ, ਔਰ ਜਿੱਥੇ ਵੀ ਕਿਤੇ ਜ਼ੁਲਮ ਹੁੰਦਾ ਹੈ ਉੱਥੇ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਪਹਿਲੋਂ ਪਹੁੰਚ ਕੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ। ਇੱਥੇ ਨਹੀਂ ਖਾਲਸਾ ਏਡ ਤੁਸੀਂ ਦੇਖੋ ਭਾਈ ਸਾਹਿਬ ਉਹ ਕਿੱਥੇ ਕਿੱਥੇ ਜਾ ਕੇ ਮਤਲਬ ਕਿਹੜੇ ਕਿਹੜੇ ਕੰਟਰੀਆਂ ਜਿੱਥੇ ਭੁੱਖਮਰੀ ਫੈਲੀ ਹੈ, ਜਿੱਥੇ ਜੰਗਾਂ, ਅੱਜ ਪਹਿਲੀ ਜੰਗ ਨਹੀਂ ਗਈ, ਪਹਿਲੀਆਂ ਜੰਗਾਂ 'ਚ ਵੀ ਜਾ ਕੇ ਜੰਗਾਂ ਦੇ ਵਿੱਚ ਮਰਮ ਪੱਟੀ ਕਰਦੇ ਆ। ਸੋ ਇਹ ਚੀਜ਼ਾਂ ਦੇ ਵਿਰਸੇ 'ਚ ਮਿਲੀਆਂ ਨੇ, ਗੁਰੂ ਸਾਹਿਬਾਨ ਨੇ ਦਿੱਤੀਆਂ ਨੇ। ਸੋ ਚੰਗੀ ਚੀਜ਼ ਹੈ, ਔਰ ਇਹ ਮਾਣ ਵੀ ਹੁੰਦਾ ਸਾਨੂੰ ਇਸ ਗੱਲ ਦਾ ਕਿ ਇਹ ਅਸੀਂ ਉਸ ਗੁਰੂ ਸਾਹਿਬਾਨ ਦੇ ਮਤਲਬ ਮੰਚ ਮਤਲਬ ਪਰਿਵਾਰਾਂ ਉਹਨਾਂ ਦੀ ਮਤਲਬ ਕਿਰਪਾ ਦੇ ਨਾਲ ਅਸੀਂ ਸਾਰੇ ਇੱਥੇ ਤੱਕ ਪਹੁੰਚੇ ਹਾਂ। ਸੋ ਉਹਨਾਂ ਗੁਰੂ ਸਾਹਿਬਾਨਾਂ ਦੇ ਅਸੀਂ ਮਾਰਗ 'ਤੇ ਚੱਲ ਰਹੇ ਹਾਂ, ਉਹਨਾਂ ਦਾ ਅਸੀਂ ਉਸ ਕਮਿਊਨਿਟੀ ਦੇ ਨਾਲ ਵੀ ਬਿਲੋਂਗ ਕਰਦੇ ਹਾਂ ਕਿ ਜਿਹੜੀ ਇਹਨੂੰ ਮੋਹਰੀ ਹੋ ਕੇ ਕੰਮ ਕਰਦੀ ਹੈ। ਇਹਦੇ ਵਾਸਤੇ ਮਾਣ ਵੀ ਮਹਿਸੂਸ ਹੁੰਦਾ ਸਾਨੂੰ ਇਸ ਗੱਲ ਦਾ।
तो बिल्कुल ये थे गुरजीत औजला जो अब पोलैंड के लिए रवाना हो रहे हैं और भारतीय छात्रों को वापस लाने के लिए कोशिश कर रहे हैं। दिल्ली से कमल कुमार कंसल, नवोदय टाइम्स, पंजाब केसरी टीवी।